ਪਿਆਰੇ ਵਿਦਿਆਰਥੀਓ, ਤੁਹਾਡਾ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਮੈਂ ਤੁਹਾਡਾ ਗੁਰਮੇਲ ਸਿੰਘ ਸਾਗੂ, ਸਮਾਜਿਕ ਸਿੱਖਿਆ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ। ਅੱਜ ਤੁਹਾਡੇ ਲਈ ਲੈ ਕੇ ਆਇਆ ਹਾਂ 7ਵੀਂ ਜਮਾਤ ਦੇ ਸਮਾਜਿਕ ਵਿਗਿਆਨ ਦਾ ਪਾਠ ਨੰਬਰ 21, ਲੋਕਤੰਤਰ ਅਤੇ ਸਮਾਨਤਾ। ਇਹ ਪਾਠ ਕਿਉਂਕਿ ਤੁਸੀਂ ਪਹਿਲਾਂ ਪੜ੍ਹ ਚੁੱਕੇ ਹੋ, ਇਸ ਲਈ ਅੱਜ ਆਪਾਂ ਇਸ ਪਾਠ ਦੀ ਦੁਹਰਾਈ ਕਰਾਂਗੇ। ਇਸ ਦੁਹਰਾਈ ਦੇ ਦੌਰਾਨ ਪਹਿਲਾਂ ਮੈਂ ਇਸ ਪਾਠ ਦੇ ਕੁਝ ਮੁੱਖ ਨੁਕਤੇ, ਮੇਨ ਪੁਆਇੰਟਸ ਤੁਹਾਡੇ ਨਾਲ ਸਾਂਝੇ ਕਰਾਂਗਾ ਅਤੇ ਉਸ ਤੋਂ ਬਾਅਦ ਇਸ ਪਾਠ ਦੇ ਆਧਾਰਿਤ ਐਕਸਰਸਾਈਜ਼ ਹੋਵੇਗੀ। ਬੱਚਿਓ, ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਣਾ ਕਿਉਂਕਿ ਇਹ ਪਾਠ ਬਹੁਤ ਹੀ ਮਹੱਤਵਪੂਰਨ ਪਾਠ ਹੈ ਅਤੇ ਜੇ ਤੁਸੀਂ ਇਸ ਦੁਹਰਾਈ ਨੂੰ ਸਹੀ ਢੰਗ ਨਾਲ ਕਰ ਲੈਂਦੇ ਹੋ ਤਾਂ ਤੁਸੀਂ ਇਸ ਵਿੱਚ ਦਿੱਤੇ ਗਏ ਤੱਥ ਅਤੇ ਅੰਕੜਿਆਂ ਨੂੰ ਯਾਦ ਕਰਨ ਦੇ ਕਾਬਿਲ ਹੋ ਜਾਓਗੇ। ਤਾਂ ਆਪਾਂ ਹੁਣ ਸ਼ੁਰੂ ਕਰਦੇ ਹਾਂ ਲੋਕਤੰਤਰ ਅਤੇ ਸਮਾਨਤਾ ਦੀ ਦੁਹਰਾਈ। ਤਾਂ ਸਭ ਤੋਂ ਪਹਿਲਾਂ ਆਪਾਂ ਇਸ ਦੀ ਬਹੁਤ ਹੀ ਹਰਮਨ ਪਿਆਰੀ ਡੈਫੀਨੇਸ਼ਨ ਜਾਂ ਪਰਿਭਾਸ਼ਾ ਦੀ ਗੱਲ ਕਰਦੇ ਹਾਂ ਕਿ ਲੋਕਤੰਤਰ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਹੁੰਦੀ ਹੈ। ਵਿਦਿਆਰਥੀਓ, ਇਹ ਪਰਿਭਾਸ਼ਾ ਜਿਨ੍ਹਾਂ ਨੇ ਦਿੱਤੀ ਸੀ ਉਹਨਾਂ ਦੀ ਤਸਵੀਰ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ। ਕੀ ਤੁਸੀਂ ਜਾਣਦੇ ਹੋ ਇਹਨਾਂ ਦਾ ਨਾਂ ਕੀ ਹੈ? ਇਹਨਾਂ ਦਾ ਨਾਮ ਹੈ ਇਬਰਾਹਿਮ ਲਿੰਕਨ, ਜੋ ਕਿ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਸਨ। ਲੋਕਤੰਤਰ ਦੀ ਸ਼ੁਰੂਆਤ ਦੀ ਗੱਲ ਕਰਦੇ ਹਾਂ ਤਾਂ ਲੋਕਤੰਤਰ ਦਾ ਇਤਿਹਾਸ ਲਗਭਗ 2500 ਸਾਲ ਪੁਰਾਣਾ ਹੈ। 2500 ਯਾਨੀ ਕਿ ਲਗਭਗ 2500 ਸਾਲ ਪਹਿਲਾਂ ਲੋਕਤੰਤਰ ਦੀ ਸ਼ੁਰੂਆਤ ਹੋ ਚੁੱਕੀ ਸੀ ਔਰ ਇਸ ਦੀ ਸ਼ੁਰੂਆਤ ਹੋਈ ਸੀ ਯੂਨਾਨ ਦੇ ਸ਼ਹਿਰ ਏਥਨਸ ਦੇ ਵਿੱਚ। ਏਥਨਸ ਦੇ ਵਿੱਚ ਰਾਜਕਾਲ ਦੇ ਵੱਖ-ਵੱਖ ਮਸਲਿਆਂ ਨੂੰ ਵਿਚਾਰਨ ਵਾਸਤੇ ਜਾਂ ਰਾਜ ਨਾਲ ਸੰਬੰਧਿਤ ਮਹੱਤਵਪੂਰਨ ਫੈਸਲੇ ਲੈਣ ਵਾਸਤੇ ਲੋਕ ਇੱਕ ਜਗ੍ਹਾ 'ਤੇ ਇਕੱਠੇ ਹੋਇਆ ਕਰਦੇ ਸਨ ਅਤੇ ਉਹ ਮਿਲ ਕੇ ਕੋਈ ਨਾ ਕੋਈ ਫੈਸਲੇ ਲੈਂਦੇ ਸਨ ਅਤੇ ਉਹਨਾਂ ਫੈਸਲਿਆਂ ਨੂੰ ਹੀ ਦੇਸ਼ ਦੇ ਸ਼ਾਸਕ ਲਾਗੂ ਕਰਿਆ ਕਰਦੇ ਸਨ। ਸੋ ਇਹ ਲੋਕਤੰਤਰ ਦੀ ਸ਼ੁਰੂਆਤ ਸੀ। ਇਸ ਪ੍ਰਕਾਰ ਦੇ ਲੋਕਤੰਤਰ ਨੂੰ ਅਸੀਂ ਸਿੱਧਾ ਲੋਕਤੰਤਰ ਕਹਿ ਸਕਦੇ ਹਾਂ। ਅੱਜ ਇਸ ਤਰ੍ਹਾਂ ਦਾ ਲੋਕਤੰਤਰ ਦੁਨੀਆ ਦੇ ਸਿਰਫ ਇੱਕ ਦੇਸ਼ ਵਿੱਚ ਹੈ, ਜਿਸ ਦਾ ਨਾਮ ਹੈ ਸਵਿਟਜ਼ਰਲੈਂਡ। ਬਾਕੀ ਸਾਰੇ ਦੇਸ਼ਾਂ ਦੇ ਵਿੱਚ ਪ੍ਰਤੀਨਿਧੀ ਲੋਕਤੰਤਰ ਹੀ ਚੱਲ ਰਿਹਾ ਹੈ। ਉਸ ਦੀ ਵਜ੍ਹਾ ਇਹ ਹੈ ਕਿ ਦੇਸ਼ਾਂ ਦੀ ਆਬਾਦੀ ਵਧਣ ਦੇ ਨਾਲ ਦੇਸ਼ ਦੇ ਸਾਰੇ ਲੋਕਾਂ ਨੂੰ ਇੱਕ ਜਗ੍ਹਾ 'ਤੇ ਇਕੱਠੇ ਕਰਕੇ ਬਿਠਾਉਣਾ ਜਾਂ ਉਹਨਾਂ ਦੀ ਵਿਚਾਰ ਚਰਚਾ ਕਰਵਾਉਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ। ਇਸ ਕਰਕੇ ਲੋਕ ਖੁਦ ਜਾਣ ਦੀ ਬਜਾਏ ਆਪਣੇ ਪ੍ਰਤੀਨਿਧੀ ਚੁਣ ਕੇ ਭੇਜ ਦਿੰਦੇ ਹਨ, ਜਿਹੜੇ ਕਿ ਗਿਣਤੀ ਵਿੱਚ ਸੀਮਿਤ ਹੁੰਦੇ ਹਨ ਅਤੇ ਉਹ ਪ੍ਰਤੀਨਿਧੀ ਲੋਕਾਂ ਦੇ ਬਿਹਾਫ ਦੇ ਉੱਪਰ ਵੱਖ-ਵੱਖ ਫੈਸਲੇ ਲੈਂਦੇ ਹਨ। ਸਾਡੇ ਦੇਸ਼ ਭਾਰਤ ਵਿੱਚ ਵੀ ਪ੍ਰਤੀਨਿਧੀ ਲੋਕਤੰਤਰ ਹੀ ਚੱਲ ਰਿਹਾ ਹੈ। ਆਧੁਨਿਕ ਲੋਕਤੰਤਰ ਦਾ ਜੋ ਰੂਪ ਅਸੀਂ ਅੱਜ ਦੇਖ ਰਹੇ ਹਾਂ, ਇਸ ਦੀ ਸ਼ੁਰੂਆਤ ਯੂਰਪ ਤੋਂ ਹੋਈ ਸੀ, ਜਦੋਂ 17ਵੀਂ ਸਦੀ ਵਿੱਚ ਇੰਗਲੈਂਡ ਵਿੱਚ ਕ੍ਰਾਂਤੀ ਆਈ ਔਰ ਉਸ ਤੋਂ ਬਾਅਦ 18ਵੀਂ ਸਦੀ ਵਿੱਚ ਫਰਾਂਸ ਦੀ ਕ੍ਰਾਂਤੀ ਆਈ ਤਾਂ ਲੋਕਾਂ ਵੱਲੋਂ ਕਾਨੂੰਨ ਦੇ ਰਾਜ ਦੀ ਮੰਗ ਕੀਤੀ ਗਈ। ਕਾਨੂੰਨ ਦੇ ਰਾਜ ਦਾ ਭਾਵ ਹੈ ਕਿ ਜਦੋਂ ਦੇਸ਼ ਦਾ ਸ਼ਾਸਨ ਲੋਕਾਂ ਦੁਆਰਾ ਬਣਾਏ ਕਾਨੂੰਨਾਂ ਦੇ ਅਨੁਸਾਰ ਚਲਾਇਆ ਜਾਂਦਾ ਹੈ ਤਾਂ ਲੋਕਾਂ ਨੂੰ ਕਾਨੂੰਨ ਬਣਾਉਣ ਵਾਸਤੇ ਕੁਝ ਖਾਸ ਅਧਿਕਾਰਾਂ ਦੀ ਲੋੜ ਵੀ ਹੁੰਦੀ ਹੈ, ਜਿਸ ਨੂੰ ਅਸੀਂ ਵੋਟ ਦਾ ਅਧਿਕਾਰ ਕਹਿ ਦਿੰਦੇ ਹਾਂ। ਪੁਰਾਣੇ ਸਮਿਆਂ ਵਿੱਚ ਵੋਟ ਪਾਉਣ ਦਾ ਅਧਿਕਾਰ ਕੇਵਲ ਕੁਝ ਸੀਮਿਤ ਲੋਕਾਂ ਤੱਕ ਹੀ ਸੀ, ਜਿਹੜੇ ਕਿ ਰਾਜਾ ਮਹਾਰਾਜਾ ਜਾਂ ਅਮੀਰ ਲੋਕ ਹੋਇਆ ਕਰਦੇ ਸਨ। ਉਸ ਤੋਂ ਬਾਅਦ ਲੋਕਾਂ ਨੇ ਇਹਨਾਂ ਕ੍ਰਾਂਤੀਆਂ ਤੋਂ ਬਾਅਦ ਮੰਗ ਕੀਤੀ ਕਿ ਵੋਟ ਪਾਉਣ ਦਾ ਅਧਿਕਾਰ ਜਾਂ ਦੇਸ਼ ਦੇ ਸ਼ਾਸਨ ਸੰਬੰਧੀ ਫੈਸਲੇ ਲੈਣ ਦਾ ਅਧਿਕਾਰ ਹਰ ਮਨੁੱਖ ਨੂੰ ਦਿੱਤਾ ਜਾਵੇ। ਤਾਂ ਵੋਟ ਪਾਉਣ ਦਾ ਅਧਿਕਾਰ ਜਦੋਂ ਸਾਰੇ ਹੀ ਲੋਕਾਂ ਨੂੰ ਬਿਨਾਂ ਭੇਦਭਾਵ ਦੇ ਦਿੱਤਾ ਜਾਂਦਾ ਹੈ ਤਾਂ ਇਸ ਨੂੰ ਵਿਆਪਕ ਮਤ ਅਧਿਕਾਰ ਕਹਿ ਦਿੱਤਾ ਜਾਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਲੋਕਤੰਤਰ ਦੀ ਹਰਮਨ ਪਿਆਰਤਾ ਬਾਰੇ ਕਿ ਲੋਕਤੰਤਰ ਹੀ ਇੰਨਾ ਹਰਮਨ ਪਿਆਰਾ ਕਿਉਂ ਹੈ। ਤਾਂ ਇਸ ਦਾ ਪਹਿਲਾ ਕਾਰਨ ਜਾਂ ਪਹਿਲੀ ਵਿਸ਼ੇਸ਼ਤਾ ਹੈ ਕਾਨੂੰਨੀ ਸਮਾਨਤਾ। ਲੋਕਤੰਤਰ ਹੀ ਇੱਕ ਅਜਿਹੀ ਰਾਜ ਪ੍ਰਣਾਲੀ ਹੈ ਜਿਸ ਵਿੱਚ ਕਾਨੂੰਨ ਦੇ ਸਾਹਮਣੇ ਸਾਰੇ ਲੋਕ ਬਰਾਬਰ ਹੁੰਦੇ ਹਨ। ਨਹੀਂ ਤਾਂ ਲੋਕਤੰਤਰ ਦੇ ਪੈਰਲਲ ਜਿਹੜੀਆਂ ਹੋਰ ਸ਼ਾਸਨ ਦੀਆਂ ਪ੍ਰਣਾਲੀਆਂ ਆਈਆਂ, ਜਿਵੇਂ ਤਾਨਾਸ਼ਾਹੀ ਹੈ ਜਾਂ ਰਾਜਤੰਤਰ ਸੀ, ਤਾਂ ਉੱਥੇ ਕਾਨੂੰਨ ਦੇ ਸਾਹਮਣੇ ਸਾਰੇ ਲੋਕ ਬਰਾਬਰ ਨਹੀਂ ਹੁੰਦੇ ਸਨ।
ਅਗਲੀ ਵਿਸ਼ੇਸ਼ਤਾ ਹੈ ਲੋਕਤੰਤਰ ਦੀ ਸੁਤੰਤਰਤਾ, ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਉਣ ਦੀ ਸੁਤੰਤਰਤਾ ਹੁੰਦੀ ਹੈ। ਉਸ ਤੋਂ ਬਾਅਦ ਹੈ ਫੈਸਲੇ ਕਰਨ ਦੀ ਕਾਰਜਵਿਧੀ, ਕਿ ਦੇਸ਼ ਦੇ ਫੈਸਲੇ ਇੱਕ ਖਾਸ ਕਾਰਜਵਿਧੀ ਦੇ ਰਾਹੀਂ ਲਏ ਜਾਂਦੇ ਹਨ, ਜਿਹੜੀ ਕਿ ਸਾਰੇ ਲੋਕਾਂ ਨੂੰ ਮਨਜ਼ੂਰ ਹੁੰਦੀ ਹੈ। ਉਸ ਤੋਂ ਅੱਗੇ ਹੈ ਨਾਗਰਿਕਾਂ ਦੀ ਸਰਗਰਮ ਹਿੱਸੇਦਾਰੀ, ਕਿ ਲੋਕ ਸਰਕਾਰ ਨੂੰ ਬਣਾਉਣ ਅਤੇ ਸਰਕਾਰ ਨੂੰ ਚਲਾਉਣ ਦੇ ਵਿੱਚ ਸਰਗਰਮ ਰੂਪ ਵਿੱਚ ਹਿੱਸਾ ਲੈਂਦੇ ਹਨ। ਇਸੇ ਤਰੀਕੇ ਮਤਭੇਦ ਦੂਰ ਕਰਨਾ ਵੀ ਲੋਕਤੰਤਰ ਦੀ ਇੱਕ ਬਹੁਤ ਵਧੀਆ ਵਿਸ਼ੇਸ਼ਤਾ ਹੈ। ਇਸ ਦਾ ਭਾਵ ਇਹ ਹੈ ਕਿ ਜੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਵਿਚਕਾਰ ਕੋਈ ਮਤਭੇਦ ਹੋ ਜਾਣ, ਕਿਸੇ ਖਾਸ ਨੁਕਤੇ ਉੱਪਰ ਦੋਹਾਂ ਦੇ ਮਤ ਆਪਸ ਵਿੱਚ ਨਾ ਰਲਦੇ ਹੋਣ, ਤਾਂ ਉੱਥੇ ਵੋਟਿੰਗ ਕਰਵਾ ਲਈ ਜਾਂਦੀ ਹੈ, ਜਿਸ ਦੇ ਉੱਪਰ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ। ਔਰ ਲਾਸਟ ਬਟ ਨਾਟ ਲੀਸਟ, ਲੋਕਤੰਤਰ ਦੀ ਇੱਕ ਸਭ ਤੋਂ ਖੂਬਸੂਰਤ ਵਿਸ਼ੇਸ਼ਤਾ ਇਹ ਹੈ ਕਿ ਇਸ ਨਾਲ ਮਨੁੱਖੀ ਸ਼ਾਨ ਵਿੱਚ ਵਾਧਾ ਹੁੰਦਾ ਹੈ, ਕਿਉਂਕਿ ਮਨੁੱਖ ਨੂੰ ਜਦੋਂ ਸਾਰੇ ਅਧਿਕਾਰ ਮਿਲ ਜਾਂਦੇ ਹਨ, ਉਸ ਨੂੰ ਬਰਾਬਰੀ ਮਿਲ ਜਾਂਦੀ ਹੈ, ਉਸ ਨੂੰ ਸੁਤੰਤਰਤਾ ਮਿਲ ਜਾਂਦੀ ਹੈ, ਤਾਂ ਉਸ ਦੀ ਜ਼ਿੰਦਗੀ ਦੀ ਕੁਆਲਿਟੀ ਆਪਣੇ ਆਪ ਹੀ ਅੱਛੀ ਹੋ ਜਾਂਦੀ ਹੈ, ਜਿਸ ਨਾਲ ਮਨੁੱਖੀ ਸ਼ਾਨ ਵਿੱਚ ਵਾਧਾ ਹੁੰਦਾ ਹੈ। ਤਾਂ ਇਹ ਸਨ ਕੁਝ ਮੁੱਖ ਨੁਕਤੇ। ਹੁਣ ਆਪਾਂ ਐਕਸਰਸਾਈਜ਼ ਵੱਲ ਆਉਂਦੇ ਹਾਂ। ਤਾਂ ਸਾਡੀ ਪਹਿਲੀ ਐਕਸਰਸਾਈਜ਼ ਹੈ ਖਾਲੀ ਥਾਵਾਂ ਭਰੋ, ਜਿਹਦੇ ਵਿੱਚ ਆਪਾਂ ਦੇਖ ਰਹੇ ਹਾਂ ਨੰਬਰ 1 'ਤੇ ਹੈ ਲੋਕਤੰਤਰ ਡੈਸ਼ ਦੀ ਡੈਸ਼ ਦੁਆਰਾ ਡੈਸ਼ ਲਈ ਸਰਕਾਰ ਹੈ। ਤਾਂ ਇਹ ਲੋਕਤੰਤਰ ਦੀ ਪਰਿਭਾਸ਼ਾ ਜਿਹੜੀ ਮੈਂ ਇਸ ਪ੍ਰੋਗਰਾਮ ਦੇ ਬਿਲਕੁਲ ਸ਼ੁਰੂਆਤ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਇੱਕ ਹਿੰਟ ਤੁਹਾਡੇ ਲਈ ਮੈਂ ਦੇ ਸਕਦਾ ਕਿ ਇਹਨਾਂ ਤਿੰਨਾਂ ਖਾਲੀ ਥਾਵਾਂ ਵਿੱਚ ਇੱਕੋ ਹੀ ਸ਼ਬਦ ਭਰਿਆ ਜਾਣਾ ਹੈ। ਲੋਕਤੰਤਰ ਡੈਸ਼ ਦੀ ਡੈਸ਼ ਦੁਆਰਾ ਡੈਸ਼ ਲਈ ਸਰਕਾਰ ਹੈ। ਤਾਂ ਉਹ ਸ਼ਬਦ ਕਿਹੜਾ ਹੈ? ਲੋਕਾਂ। ਲੋਕਤੰਤਰ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਹੈ। ਨੰਬਰ 2, ਉਪਰੋਕਤ ਸ਼ਬਦ ਡੈਸ਼ ਦੇ ਸਨ। ਇਹ ਜਿਹੜੀ ਆਪਾਂ 1 ਨੰਬਰ 'ਤੇ ਜਿਹੜੀ ਪਰਿਭਾਸ਼ਾ ਪੜ੍ਹੀ ਹੈ, ਇਹ ਕਿਸ ਦੀ ਸੀ? ਇਬਰਾਹਿਮ ਲਿੰਕਨ। ਨੰਬਰ 3, ਜਿਸ ਲੋਕਤੰਤਰੀ ਸਰਕਾਰ ਵਾਲੇ ਰਾਜ ਦਾ ਮੁਖੀ ਚੁਣਿਆ ਹੋਵੇ ਉਸ ਨੂੰ ਡੈਸ਼ ਕਿਹਾ ਜਾਂਦਾ ਹੈ। ਉਸ ਨੂੰ ਗਣਰਾਜ ਕਿਹਾ ਜਾਂਦਾ ਹੈ, ਉਸ ਦੇਸ਼ ਨੂੰ। ਨੰਬਰ 4, ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾਮਾਤਰ ਮੁਖੀ ਡੈਸ਼ ਹੈ। ਸਾਡੇ ਦੇਸ਼ ਦੀ ਕੇਂਦਰ ਸਰਕਾਰ ਦਾ ਨਾਮਾਤਰ ਮੁਖੀ ਰਾਸ਼ਟਰਪਤੀ ਹੈ। ਨੰਬਰ 5, ਲੋਕਤੰਤਰੀ ਸਰਕਾਰ ਵਾਲੇ ਦੇਸ਼ ਵਿੱਚ ਦੇਸ਼ ਦੇ ਮੁਖੀ ਡੈਸ਼ ਪ੍ਰਕਾਰ ਦੇ ਹੁੰਦੇ ਹਨ। ਲੋਕਤੰਤਰੀ ਸਰਕਾਰਾਂ ਵਿੱਚ ਦੇਸ਼ ਦੇ ਮੁਖੀ 2 ਪ੍ਰਕਾਰ ਦੇ ਹੁੰਦੇ ਹਨ, ਇੱਕ ਰਾਸ਼ਟਰਪਤੀ, ਦੂਸਰੇ ਪ੍ਰਧਾਨ ਮੰਤਰੀ। ਸਹੀ ਗਲਤ ਦੱਸੋ। ਤਾਂ ਇਹਦੇ ਵਿੱਚ 4 ਵਾਕ ਤੁਹਾਡੇ ਸਾਹਮਣੇ ਲਿਖੇ ਹੋਏ ਹਨ। ਤੁਸੀਂ ਇਹ ਦੱਸਣਾ ਹੈ ਕਿ ਕਿਹੜਾ ਵਾਕ ਸਹੀ ਹੈ ਅਤੇ ਕਿਹੜਾ ਵਾਕ ਗਲਤ ਹੈ। ਤਾਂ ਸਭ ਤੋਂ ਪਹਿਲਾ ਵਾਕ ਹੈ ਸਾਡੇ ਕੋਲ, ਆਧੁਨਿਕ ਲੋਕਤੰਤਰ ਦੀ ਸਥਾਪਨਾ ਸਭ ਤੋਂ ਪਹਿਲਾਂ ਭਾਰਤ ਵਿੱਚ ਹੋਈ। ਆਧੁਨਿਕ ਲੋਕਤੰਤਰ ਦੀ ਸਥਾਪਨਾ ਸਭ ਤੋਂ ਪਹਿਲਾਂ ਭਾਰਤ ਵਿੱਚ ਹੋਈ। ਇਹ ਸਹੀ ਹੈ ਜਾਂ ਗਲਤ ਹੈ? ਇਹ ਗਲਤ ਹੈ, ਕਿਉਂਕਿ ਆਧੁਨਿਕ ਲੋਕਤੰਤਰ ਦੀ ਸਥਾਪਨਾ ਯੂਰਪ ਵਿੱਚ ਹੋਈ ਸੀ। ਨੰਬਰ 2, ਜਦੋਂ ਵੋਟ ਪਾਉਣ ਦਾ ਅਧਿਕਾਰ ਸਾਰੇ ਬਾਲਗਾਂ ਨੂੰ ਮਿਲ ਜਾਵੇ ਤਾਂ ਇਸ ਨੂੰ ਵਿਆਪਕ ਮਤ ਅਧਿਕਾਰ ਕਹਿੰਦੇ ਹਨ। ਜਦੋਂ ਵੋਟ ਪਾਉਣ ਦਾ ਅਧਿਕਾਰ ਸਾਰੇ ਬਾਲਗਾਂ ਨੂੰ ਮਿਲ ਜਾਵੇ ਤਾਂ ਇਸ ਨੂੰ ਵਿਆਪਕ ਮਤ ਅਧਿਕਾਰ ਕਹਿੰਦੇ ਹਨ। ਸਹੀ ਹੈ। ਨੰਬਰ 3 ਹੈ, ਲੋਕਤੰਤਰ ਦਾ ਸਭ ਤੋਂ ਪਹਿਲਾ ਸਿਧਾਂਤ ਕਾਨੂੰਨ ਦਾ ਰਾਜ ਨਹੀਂ ਸੀ। ਲੋਕਤੰਤਰ ਦਾ ਸਭ ਤੋਂ ਪਹਿਲਾ ਸਿਧਾਂਤ ਕਾਨੂੰਨ ਦਾ ਰਾਜ ਨਹੀਂ ਸੀ। ਗਲਤ। ਸਭ ਤੋਂ ਪਹਿਲਾਂ ਤਾਂ ਕਾਨੂੰਨ ਦੇ ਰਾਜ ਦੀ ਮੰਗ ਹੀ ਕੀਤੀ ਗਈ ਸੀ ਫਰਾਂਸ ਦੀ ਕ੍ਰਾਂਤੀ ਤੋਂ ਬਾਅਦ। ਨੰਬਰ 4, ਭਾਰਤ ਵਿੱਚ ਅਸਿੱਧਾ ਜਾਂ ਪ੍ਰਤੀਨਿਧੀ ਲੋਕਤੰਤਰ ਹੈ। ਭਾਰਤ ਵਿੱਚ ਅਸਿੱਧਾ ਜਾਂ ਪ੍ਰਤੀਨਿਧੀ ਲੋਕਤੰਤਰ ਹੈ। ਸਹੀ। ਅਗਲੀ ਐਕਸਰਸਾਈਜ਼, ਫਿਰ ਖਾਲੀ ਥਾਵਾਂ ਭਰੋ। ਪਹਿਲਾ ਹੈ ਲੋਕਤੰਤਰ ਦਾ ਆਰੰਭ ਡੈਸ਼ ਦੇ ਸ਼ਹਿਰ ਡੈਸ਼ ਵਿਖੇ ਹੋਇਆ। ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ ਏਥਨਜ਼ ਵਿਖੇ ਹੋਇਆ। ਨੰਬਰ 2, ਡੈਸ਼ ਦੇਸ਼ ਵਿੱਚ ਅੱਜ ਵੀ ਸਿੱਧਾ ਲੋਕਤੰਤਰ ਹੈ। ਸਿੱਧਾ ਲੋਕਤੰਤਰ ਦੁਨੀਆ ਦੇ ਇੱਕੋ ਦੇਸ਼ ਵਿੱਚ ਹੈ। ਕੀ ਨਾਮ ਹੈ ਉਹਦਾ? ਸਵਿਟਜ਼ਰਲੈਂਡ। ਸਵਿਟਜ਼ਰਲੈਂਡ। ਨੰਬਰ 3, ਲੋਕਤੰਤਰ ਦਾ ਇਤਿਹਾਸ ਲਗਭਗ ਡੈਸ਼ ਹਜ਼ਾਰ ਸਾਲ ਪੁਰਾਣਾ ਹੈ। ਲਗਭਗ 2500 ਸਾਲ ਪੁਰਾਣਾ ਹੈ।
2500 ਜਾਂ 2500 ਸਾਲ ਪੁਰਾਣਾ ਹੈ। ਨੰਬਰ 4, ਸਾਡੇ ਦੇਸ਼ ਭਾਰਤ ਵਿੱਚ ਸਿੱਧਾ ਲੋਕਤੰਤਰ ਨਹੀਂ ਬਲਕਿ ਡੈਸ਼ ਲੋਕਤੰਤਰ ਹੈ। ਪ੍ਰਤੀਨਿਧੀ ਲੋਕਤੰਤਰ ਹੈ। ਨੈਕਸਟ ਐਕਸਰਸਾਈਜ਼, ਲੋਕਤੰਤਰ ਦੇ ਸਿਧਾਂਤ। ਤਾਂ ਲੋਕਤੰਤਰ ਦੇ ਸਿਧਾਂਤ ਜਦੋਂ ਤੁਸੀਂ ਮੂਲ ਪਾਠ ਵਿੱਚ ਪੜ੍ਹੇ ਸਨ ਤਾਂ 4 ਸਿਧਾਂਤ ਲੋਕਤੰਤਰ ਦੇ ਹੁੰਦੇ ਆ, ਜਿਨ੍ਹਾਂ ਨੂੰ ਇੱਕ ਮਾਈਂਡ ਮੈਪ ਦੇ ਰੂਪ ਵਿੱਚ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ। ਤਾਂ ਇਹਦੇ ਵਿੱਚ ਖਾਲੀ ਥਾਵਾਂ ਦਿੱਤੀਆਂ ਹੋਈਆਂ ਨੇ। ਸਭ ਤੋਂ ਉੱਪਰ ਹੈ ਕਾਨੂੰਨ ਦਾ ਡੈਸ਼, ਕਾਨੂੰਨ ਦਾ ਰਾਜ। ਸਭ ਤੋਂ ਪਹਿਲਾ ਲੋਕਤੰਤਰ ਦਾ ਸਿਧਾਂਤ ਕਾਨੂੰਨ ਦਾ ਰਾਜ। ਅਗਲਾ ਸਿਧਾਂਤ ਹੈ ਪ੍ਰਤੀਨਿਧੀਆਂ ਦੀ ਲੋਕਾਂ ਪ੍ਰਤੀ ਡੈਸ਼, ਪ੍ਰਤੀਨਿਧੀਆਂ ਦੀ ਲੋਕਾਂ ਪ੍ਰਤੀ ਜ਼ਿੰਮੇਵਾਰੀ। ਉਸ ਤੋਂ ਅਗਲਾ ਸਿਧਾਂਤ ਹੈ ਡੈਸ਼ ਮਤ ਅਧਿਕਾਰ, ਜਦੋਂ ਸਾਰਿਆਂ ਨੂੰ ਮਤ ਅਧਿਕਾਰ ਮਿਲ ਜਾਂਦਾ, ਵਿਆਪਕ ਮਤ ਅਧਿਕਾਰ। ਔਰ ਚੌਥਾ ਪੁਆਇੰਟ ਹੈ ਡੈਸ਼ ਅਤੇ ਡੈਸ਼ ਸਮਾਨਤਾ, ਰਾਜਨੀਤਿਕ ਅਤੇ ਆਰਥਿਕ ਸਮਾਨਤਾ। ਸਹੀ ਗਲਤ ਦੱਸੋ। ਪਹਿਲਾ ਵਾਕ ਹੈ ਕਾਨੂੰਨ ਦਾ ਰਾਜ ਤੋਂ ਭਾਵ ਹੈ ਕਿ ਸਰਕਾਰ ਲੋਕਾਂ ਦੁਆਰਾ ਬਣਾਏ ਕਾਨੂੰਨ ਅਨੁਸਾਰ ਚੱਲਦੀ ਹੈ। ਸਰਕਾਰ ਲੋਕਾਂ ਦੁਆਰਾ ਬਣਾਏ ਕਾਨੂੰਨ ਅਨੁਸਾਰ ਚੱਲਦੀ ਹੈ। ਸਹੀ ਹੈ ਜਾਂ ਗਲਤ ਹੈ? ਸਹੀ ਹੈ, ਤਾਂ ਹੀ ਅਸੀਂ ਉਹਨੂੰ ਕਾਨੂੰਨ ਦਾ ਰਾਜ ਕਹਾਂਗੇ। ਦੂਸਰਾ ਪੁਆਇੰਟ, ਆਰਥਿਕ ਸਮਾਨਤਾ ਤੋਂ ਭਾਵ ਹੈ ਸਰਕਾਰ ਵੱਲੋਂ ਅਮੀਰ ਅਤੇ ਗਰੀਬ ਵਿੱਚ ਫਰਕ ਕਰਨਾ। ਆਰਥਿਕ ਸਮਾਨਤਾ ਗਲਤ, ਇਹ ਤਾਂ ਉਲਟ ਹੋ ਗਿਆ ਨਾ। ਅਮੀਰ ਅਤੇ ਗਰੀਬ ਵਿੱਚ ਜਦੋਂ ਫਰਕ ਨਹੀਂ ਕੀਤਾ ਜਾਂਦਾ ਉਹਨੂੰ ਸਮਾਨਤਾ ਕਹਿੰਦੇ ਨੇ। ਨੰਬਰ 3, ਜਦੋਂ ਲੋਕ ਸਿੱਧੇ ਤੌਰ 'ਤੇ ਸਰਕਾਰ ਚਲਾਉਂਦੇ ਹਨ ਤਾਂ ਇਸ ਨੂੰ ਪ੍ਰਤੀਨਿਧੀ ਲੋਕਤੰਤਰ ਕਿਹਾ ਜਾਂਦਾ ਹੈ। ਜਦੋਂ ਲੋਕ ਸਿੱਧੇ ਤੌਰ 'ਤੇ ਸਰਕਾਰ ਚਲਾਉਂਦੇ ਹਨ, ਗਲਤ, ਕਿਉਂਕਿ ਉਹ ਤਾਂ ਸਿੱਧਾ ਲੋਕਤੰਤਰ ਹੋ ਗਿਆ। ਨੰਬਰ 4, ਜਿਹੜੇ ਲੋਕਤੰਤਰ ਵਿੱਚ ਲੋਕ ਆਪਣੇ ਪ੍ਰਤੀਨਿਧੀ ਚੁਣ ਕੇ ਉਹਨਾਂ ਰਾਹੀਂ ਰਾਜ ਚਲਾਉਂਦੇ ਹਨ ਉਸ ਨੂੰ ਅਸਿੱਧਾ ਲੋਕਤੰਤਰ ਕਿਹਾ ਜਾਂਦਾ ਹੈ। ਜਿਹੜੇ ਲੋਕਤੰਤਰ ਵਿੱਚ ਲੋਕ ਆਪਣੇ ਪ੍ਰਤੀਨਿਧੀ ਚੁਣ ਕੇ ਉਹਨਾਂ ਰਾਹੀਂ ਰਾਜ ਚਲਾਉਂਦੇ ਹਨ ਉਸ ਨੂੰ ਅਸਿੱਧਾ ਲੋਕਤੰਤਰ ਕਿਹਾ ਜਾਂਦਾ ਹੈ। ਸਹੀ, ਇਹਨੂੰ ਆਪਾਂ ਪ੍ਰਤੀਨਿਧੀ ਲੋਕਤੰਤਰ ਵੀ ਕਹਿ ਦਿੰਦੇ ਹਾਂ। ਅਗਲੀ ਐਕਸਰਸਾਈਜ਼ ਹੈ ਲੋਕਤੰਤਰੀ ਸਰਕਾਰ ਦੇ ਵੱਖ-ਵੱਖ ਰੂਪ। ਤਾਂ ਬੱਚੋ ਇਸ ਪਾਠ ਦੇ ਵਿੱਚ ਆਪਾਂ ਇਹ ਡਿਸਕਸ ਕੀਤਾ ਸੀ ਕਿ ਲੋਕਤੰਤਰ ਦੇ ਰੂਪ ਜਾਂ ਕਿਸਮਾਂ ਨੂੰ ਅਸੀਂ 2 ਆਧਾਰਾਂ ਉੱਪਰ ਵੰਡਦੇ ਹਾਂ। ਤਾਂ ਉਸ ਤੋਂ ਅੱਗੇ ਉਹਨਾਂ ਦੇ ਫਿਰ 2-2 ਤਰ੍ਹਾਂ ਦੇ ਰੂਪ ਹੁੰਦੇ ਨੇ। ਤਾਂ ਪਹਿਲੀ ਤਰ੍ਹਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿਹੜੇ-ਕਿਹੜੇ ਰੂਪ ਹੁੰਦੇ ਆ। ਪ੍ਰਧਾਨਾਤਮਕ ਲੋਕਤੰਤਰ। ਹੁਣ ਇਹਦੇ ਨਾਲ ਦਾ ਦੂਸਰਾ ਰੂਪ ਤੁਹਾਡੇ ਮਾਈਂਡ ਵਿੱਚ ਆ ਗਿਆ ਹੋਵੇਗਾ, ਉਹ ਹੈ ਸੰਸਦਾਤਮਕ ਲੋਕਤੰਤਰ। ਇਸੇ ਤਰੀਕੇ ਨਾਲ ਦੂਸਰੀ ਕਿਸਮ ਜਿਹੜੀ ਹੈ ਇਹਦੀ, ਉਹਦੇ ਵਿੱਚ ਵੀ 2 ਤਰ੍ਹਾਂ ਦੇ ਰੂਪ ਹਨ। ਪਹਿਲਾ ਹੈ ਏਕਾਤਮਕ ਲੋਕਤੰਤਰ ਔਰ ਦੂਸਰਾ ਹੈ ਸੰਘਾਤਮਕ ਲੋਕਤੰਤਰ। ਤਾਂ ਇਹ 4 ਰੂਪ ਹੁੰਦੇ ਆ ਲੋਕਤੰਤਰ ਦੇ, ਜਿਹੜੇ 2 ਆਧਾਰਾਂ ਉੱਪਰ ਹੋਣ ਕਰਕੇ 2 ਰੂਪ ਜਿਹੜੇ ਆ ਉਹ ਪ੍ਰਧਾਨਾਤਮਕ ਲੋਕਤੰਤਰ ਅਤੇ ਸੰਸਦਾਤਮਕ ਲੋਕਤੰਤਰ ਹਨ। ਅਤੇ ਐੜਾ ਦੇ ਨੀਚੇ 2 ਵੱਖਰੇ ਤਰ੍ਹਾਂ ਦੇ ਰੂਪ ਅਸੀਂ ਬਣਾਏ ਨੇ, ਏਕਾਤਮਕ ਲੋਕਤੰਤਰ ਅਤੇ ਸੰਘਾਤਮਕ ਲੋਕਤੰਤਰ। ਉਸ ਤੋਂ ਅੱਗੇ ਹੈ ਸਹੀ ਮਿਲਾਨ ਕਰੋ। ਇਹੀ ਜਿਹੜੇ ਆਪਾਂ 4 ਕਿਸਮਾਂ ਹੁਣੇ ਦੇਖੀਆਂ ਸੀ ਉਹਨਾਂ ਦੇ ਨਾਮ ਖੱਬੇ ਹੱਥ ਲਿਖੇ ਹੋਏ ਹਨ। ਪ੍ਰਧਾਨਾਤਮਕ ਲੋਕਤੰਤਰ, ਸੰਸਦਾਤਮਕ ਲੋਕਤੰਤਰ, ਏਕਾਤਮਕ ਲੋਕਤੰਤਰ ਅਤੇ ਸੰਘਾਤਮਕ ਲੋਕਤੰਤਰ। ਸੱਜੇ ਹੱਥ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਲਿਖੀਆਂ ਹੋਈਆਂ ਹਨ। ਜਿਵੇਂ ਸਭ ਤੋਂ ਉੱਪਰ ਹੈ ਕੇਂਦਰ ਅਤੇ ਰਾਜਾਂ ਦੀਆਂ ਬਰਾਬਰ ਸ਼ਕਤੀਆਂ। ਕੇਂਦਰ ਕੋਲ ਰਾਜਾਂ ਨਾਲੋਂ ਵਧੇਰੇ ਸ਼ਕਤੀਆਂ। ਰਾਸ਼ਟਰਪਤੀ ਅਸਲੀ ਮੁਖੀ, ਰਾਸ਼ਟਰਪਤੀ ਨਾ ਮਾਤਰ ਦਾ ਮੁਖੀ। ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਆਪਸ ਵਿੱਚ ਮਿਲਾਵਾਂਗੇ ਕਿ ਕਿਸ ਤਰ੍ਹਾਂ ਦੇ ਲੋਕਤੰਤਰ ਦੀ ਕਿਹੜੀ ਵਿਸ਼ੇਸ਼ਤਾ ਹੈ। ਸਭ ਤੋਂ ਉੱਪਰ ਹੈ ਸਾਡੇ ਕੋਲ ਪ੍ਰਧਾਨਾਤਮਕ ਲੋਕਤੰਤਰ। ਤਾਂ ਇਹਦੇ ਵਿੱਚ ਹੈ ਰਾਸ਼ਟਰਪਤੀ ਅਸਲੀ ਮੁਖੀ। ਦੂਸਰਾ ਹੈ ਸਾਡੇ ਕੋਲ ਸੰਸਦਾਤਮਕ ਲੋਕਤੰਤਰ। ਸੰਸਦਾਤਮਕ ਲੋਕਤੰਤਰ ਯਾਨੀ ਰਾਸ਼ਟਰਪਤੀ ਨਾ ਮਾਤਰ ਦਾ ਮੁਖੀ, ਅਸਲੀ ਮੁਖੀ ਦੇਸ਼ ਦੀ ਸੰਸਦ ਜਾਂ ਪ੍ਰਧਾਨ ਮੰਤਰੀ। ਉਸ ਤੋਂ ਬਾਅਦ ਹੈ ਏਕਾਤਮਕ ਲੋਕਤੰਤਰ। ਏਕਾਤਮਕ ਯਾਨੀ ਕੇਂਦਰ ਕੋਲ ਰਾਜਾਂ ਨਾਲੋਂ ਵਧੇਰੇ ਸ਼ਕਤੀਆਂ, ਯਾਨੀ ਕਿ ਇੱਕ ਜਾਣੇ ਕੋਲ ਸ਼ਕਤੀਆਂ। ਸੰਘਾਤਮਕ ਲੋਕਤੰਤਰ, ਕੇਂਦਰ ਅਤੇ ਰਾਜਾਂ ਦੀਆਂ ਬਰਾਬਰ ਸ਼ਕਤੀਆਂ।
ਉਸ ਤੋਂ ਅੱਗੇ ਹੈ ਸਾਡੇ ਕੋਲ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ, ਕਿ ਲੋਕਤੰਤਰ ਦੇ ਵਿੱਚ ਕੁਝ ਖਾਸ ਗੁਣ ਹੁੰਦੇ ਹਨ ਜਾਂ ਹੋਣੇ ਚਾਹੀਦੇ ਹਨ ਜਿਹੜੇ ਲੋਕਤੰਤਰ ਦੀ ਸਫਲਤਾ ਦੇ ਲਈ ਜ਼ਰੂਰੀ ਹੁੰਦੇ ਨੇ। ਤਾਂ ਇਹਨੂੰ ਇੱਕ ਮਾਈਂਡ ਮੈਪ ਦੇ ਰੂਪ ਵਿੱਚ ਦਿੱਤਾ ਗਿਆ ਹੈ। ਇਹਦੇ ਵਿੱਚ ਵੀ ਉਹ ਵਿਸ਼ੇਸ਼ਤਾਵਾਂ ਨੂੰ ਅਧੂਰੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ। ਤੁਸੀਂ ਖਾਲੀ ਥਾਵਾਂ ਭਰ ਕੇ ਵਿਸ਼ੇਸ਼ਤਾ ਨੂੰ ਪੂਰਾ ਕਰਨਾ ਹੈ। ਸਭ ਤੋਂ ਪਹਿਲਾਂ ਉੱਪਰ ਖੱਬੇ ਹੱਥ ਗ੍ਰੀਨ ਕਲਰ ਦੇ ਬਾਕਸ ਦੇ ਵਿੱਚ ਹਰੇ ਰੰਗ ਦੇ ਡੱਬੇ ਵਿੱਚ ਡੈਸ਼ ਨਾਗਰਿਕ ਲਿਖਿਆ ਹੋਇਆ ਹੈ। ਤਾਂ ਕਿਸ ਤਰ੍ਹਾਂ ਦੇ ਨਾਗਰਿਕ ਹੋਣੇ ਚਾਹੀਦੇ ਨੇ? ਸੂਝਵਾਨ ਨਾਗਰਿਕ। ਉਸ ਤੋਂ ਅਗਲਾ ਨੀਲੇ ਰੰਗ ਦਾ ਬਕਸਾ ਡੈਸ਼ ਨੇਤਾ, ਇਮਾਨਦਾਰ ਨੇਤਾ। ਉਸ ਤੋਂ ਅੱਗੇ ਅਨੁਸ਼ਾਸਿਤ ਡੈਸ਼, ਅਨੁਸ਼ਾਸਿਤ ਨਾਗਰਿਕ। ਫਿਰ ਨੀਚੇ ਆ ਜਾਈਏ ਆਪਾਂ, ਖੱਬੇ ਹੱਥ ਪਹਿਲਾ ਬਾਕਸ ਸਿਧਾਂਤਾਂ 'ਤੇ ਆਧਾਰਿਤ ਰਾਜਨੀਤਿਕ ਦਲ। ਉਸ ਤੋਂ ਅੱਗੇ ਸਮਾਜਿਕ ਆਰਥਿਕ ਡੈਸ਼, ਸਮਾਜਿਕ ਆਰਥਿਕ ਸਮਾਨਤਾ। ਔਰ ਆਖਰੀ ਬਾਕਸ ਦੇ ਵਿੱਚ ਹੈ ਡੈਸ਼ਸ਼ੀਲਤਾ, ਡੈਸ਼ਸ਼ੀਲਤਾ। ਇਹ ਸ਼ਬਦ ਤੁਸੀਂ ਆਮ ਹੀ ਸੁਣਿਆ ਹੋਊਗਾ, ਸਹਿਣਸ਼ੀਲਤਾ। ਸਹਿਣਸ਼ੀਲਤਾ ਭਾਵ ਜਦੋਂ ਅਸੀਂ ਸਾਹਮਣੇ ਵਾਲੇ ਦੀ ਗੱਲ ਨੂੰ ਉਸ ਨਾਲ ਸਹਿਮਤ ਨਾ ਹੁੰਦੇ ਹੋਏ ਵੀ ਬਰਦਾਸ਼ਤ ਕਰਦੇ ਹਾਂ ਤਾਂ ਇਸ ਨੂੰ ਸਹਿਣਸ਼ੀਲਤਾ ਕਹਿੰਦੇ ਹਨ, ਜਿਹੜਾ ਲੋਕਤੰਤਰ ਦਾ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਗੁਣ ਹੈ। ਉਸ ਤੋਂ ਅਗਲੀ ਐਕਸਰਸਾਈਜ਼ ਹੈ ਆਪਣੇ ਕੋਲ ਖਾਲੀ ਥਾਵਾਂ ਭਰੋ। ਇਹਦੇ ਵਿੱਚ 6 ਖਾਲੀ ਥਾਵਾਂ ਦਿੱਤੀਆਂ ਹੋਈਆਂ ਹਨ ਔਰ ਹਰ ਵਾਕ ਦੇ ਅਖੀਰ 'ਤੇ 2-2 ਆਪਸ਼ਨਸ ਦਿੱਤੇ ਆ। ਇਹਨਾਂ ਵਿੱਚੋਂ ਹੀ ਇੱਕ ਸ਼ਬਦ ਤੁਸੀਂ ਇਸ ਖਾਲੀ ਥਾਂ ਵਿੱਚ ਭਰਨਾ ਹੈ। ਤਾਂ ਪਹਿਲੀ ਖਾਲੀ ਥਾਂ ਹੈ ਸਾਡੇ ਕੋਲ ਡੈਸ਼ ਨਾਗਰਿਕ ਹੀ ਸੂਝਵਾਨ ਪ੍ਰਤੀਨਿਧੀਆਂ ਦੀ ਚੋਣ ਕਰ ਸਕਦੇ ਹਨ। ਤੁਹਾਡੇ ਆਪਸ਼ਨਸ ਹਨ ਸੂਝਵਾਨ ਜਾਂ ਮੂਰਖ। ਤਾਂ ਕਿਸ ਤਰ੍ਹਾਂ ਦੇ ਨਾਗਰਿਕ ਸੂਝਵਾਨ ਪ੍ਰਤੀਨਿਧੀਆਂ ਦੀ ਚੋਣ ਕਰ ਸਕਦੇ ਆ? ਸੂਝਵਾਨ ਨਾਗਰਿਕ, ਕਿਉਂਕਿ ਮੂਰਖ ਨੂੰ ਤਾਂ ਪਤਾ ਹੀ ਨਹੀਂ। ਨੰਬਰ 2, ਡੈਸ਼ ਨੇਤਾ ਹੀ ਆਪਣੇ ਦੇਸ਼ ਪ੍ਰਤੀ ਜ਼ਿੰਮੇਵਾਰੀ ਨੂੰ ਸੁਚੱਜਤਾ ਨਾਲ ਨਿਭਾ ਸਕਦੇ ਹਨ। ਆਪਸ਼ਨਸ ਹਨ ਬੇਈਮਾਨ ਜਾਂ ਇਮਾਨਦਾਰ। ਸਹੀ ਉੱਤਰ ਹੈ ਇਮਾਨਦਾਰ, ਕਿਉਂਕਿ ਬੇਈਮਾਨ ਬੰਦਾ ਤਾਂ ਆਪਣੇ ਬਾਰੇ ਸੋਚੂਗਾ। ਨੰਬਰ 3 ਹੈ ਲੋਕਤੰਤਰ ਦੀ ਕਾਮਯਾਬੀ ਲਈ ਸਾਨੂੰ ਦੂਜਿਆਂ ਦੇ ਵਿਚਾਰਾਂ ਦਾ ਡੈਸ਼ ਕਰਨਾ ਚਾਹੀਦਾ ਹੈ। 2 ਆਪਸ਼ਨਸ ਨੇ ਵਿਰੋਧ ਜਾਂ ਆਦਰ। ਦੂਜਿਆਂ ਦੇ ਵਿਚਾਰਾਂ ਦਾ ਆਦਰ ਕਰਨਾ ਚਾਹੀਦਾ ਹੈ, ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਜੇ ਆਪਾਂ ਵਿਰੋਧ ਕਰਾਂਗੇ ਫਿਰ ਤਾਂ ਆਪਾਂ ਕਿਸੇ ਫੈਸਲੇ 'ਤੇ ਪਹੁੰਚ ਹੀ ਨਹੀਂ ਪਾਵਾਂਗੇ। ਨੰਬਰ 4 ਹੈ ਰਾਜਨੀਤਿਕ ਦਲ ਲੋਕਾਂ ਨੂੰ ਸਰਕਾਰ ਦੇ ਕੰਮਾਂ ਬਾਰੇ ਦੱਸ ਕੇ ਡੈਸ਼ ਬਣਾਉਣ ਵਿੱਚ ਸਹਾਈ ਹੁੰਦੇ ਹਨ। ਲੜਾਈ ਜਾਂ ਲੋਕ ਰਾਏ? ਲੋਕ ਰਾਏ। ਨੰਬਰ 5 ਲੋਕਤੰਤਰ ਵਿੱਚ ਲਿੰਗ, ਜਾਤ, ਧਰਮ ਆਦਿ ਕਿਸੇ ਵੀ ਆਧਾਰ 'ਤੇ ਕੋਈ ਡੈਸ਼ ਨਹੀਂ ਕੀਤਾ ਜਾਂਦਾ। ਸੌਦਾ ਜਾਂ ਵਿਤਕਰਾ? ਵਿਤਕਰਾ ਨਹੀਂ ਕੀਤਾ ਜਾਂਦਾ, ਸਮਾਨਤਾ ਦਾ ਸਿਧਾਂਤ ਜਿਹੜਾ। ਨੰਬਰ 6 ਹੈ ਡੈਸ਼ ਲੋਕਤੰਤਰ ਦੀ ਸਫਲਤਾ ਦੇ ਲਈ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਅਸਹਿਣਸ਼ੀਲਤਾ ਜਾਂ ਸਹਿਣਸ਼ੀਲਤਾ? ਸਹਿਣਸ਼ੀਲਤਾ। ਹੁਣ ਆਪਾਂ ਅੱਗੇ ਵਧਦੇ ਹਾਂ। ਸਹੀ ਗਲਤ ਚੁਣੋ। ਪਹਿਲਾ ਵਾਕ ਹੈ ਸਾਡੇ ਦੇਸ਼ ਵਿੱਚ ਸਰਕਾਰ ਦਾ ਨਾਮਾਤਰ ਮੁਖੀ ਰਾਸ਼ਟਰਪਤੀ ਹੈ। ਸਾਡੇ ਦੇਸ਼ ਵਿੱਚ। ਸਹੀ ਹੈ ਜਾਂ ਗਲਤ ਹੈ? ਸਹੀ ਹੈ। ਨੰਬਰ 2 ਲੋਕਤੰਤਰੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਨਹੀਂ ਕਰਦੀ। ਲੋਕਤੰਤਰੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਨਹੀਂ ਕਰਦੀ। ਸਹੀ ਜਾਂ ਗਲਤ? ਗਲਤ। ਨੰਬਰ 3 ਲੋਕਤੰਤਰੀ ਰਾਜ ਵਿੱਚ ਲੋਕਾਂ ਨਾਲ ਵਿਤਕਰਾ ਹੁੰਦਾ ਹੈ। ਲੋਕਾਂ ਨਾਲ ਵਿਤਕਰਾ ਹੁੰਦਾ। ਸਹੀ ਹੈ ਜਾਂ ਗਲਤ ਹੈ? ਗਲਤ ਹੈ। ਲੋਕਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਨੰਬਰ 4 ਹੈ ਲੋਕਤੰਤਰੀ ਸ਼ਾਸਨ ਪ੍ਰਣਾਲੀ ਸਭ ਤੋਂ ਵੱਧ ਹਰਮਨ ਪਿਆਰੀ ਹੈ। ਸਹੀ। ਇਸ ਤੋਂ ਅੱਗੇ ਫੇਰ ਖਾਲੀ ਥਾਵਾਂ। ਇਹਦੇ ਵਿੱਚ 6 ਵਾਕ ਦਿੱਤੇ ਹੋਏ ਹਨ ਔਰ ਉਹਨਾਂ ਵਿੱਚ ਜਿਹੜੇ ਸ਼ਬਦ ਅਸੀਂ ਭਰਨੇ ਉਹ ਇਸ ਪੇਜ ਦੇ ਬਿਲਕੁਲ ਨੀਚੇ ਲਾਲ ਰੰਗ ਦੇ ਵਿੱਚ ਲਿਖੇ ਹੋਏ ਹਨ। ਸੁਤੰਤਰ, ਬਹੁਮਤ, ਸ਼ਾਨ, ਮਤਭੇਦਾਂ, ਸਮਾਨ, ਕਾਨੂੰਨ ਅਤੇ ਵੋਟ। ਹੁਣ ਆਪਾਂ ਇੱਕ ਇੱਕ ਕਰਕੇ ਖਾਲੀ ਥਾਵਾਂ ਪੜ੍ਹਾਂਗੇ ਅਤੇ ਦੇਖਾਂਗੇ ਕਿ ਉੱਥੇ ਕਿਹੜਾ ਸ਼ਬਦ ਫਿੱਟ ਹੁੰਦਾ। ਪਹਿਲਾ ਹੈ ਕਾਨੂੰਨ ਦੀ ਨਜ਼ਰ ਵਿੱਚ ਸਾਰੇ ਡੈਸ਼ ਹੁੰਦੇ ਹਨ। ਕਾਨੂੰਨ ਦੀ ਨਜ਼ਰ ਵਿੱਚ ਸਾਰੇ ਡੈਸ਼ ਹੁੰਦੇ ਹਨ। ਇਹਨਾਂ ਲਾਲ ਰੰਗ ਦੇ ਸ਼ਬਦਾਂ ਵਿੱਚੋਂ ਦੇਖੋ ਕਿਹੜਾ ਸ਼ਬਦ ਆਏਗਾ? ਸਾਰੇ ਸਮਾਨ ਹੁੰਦੇ ਹਨ।
ਨੰਬਰ 2, ਲੋਕਤੰਤਰ ਵਿੱਚ ਲੋਕ ਕੋਈ ਵੀ ਕਿੱਤਾ ਅਪਣਾਉਣ ਲਈ ਡੈਸ਼ ਹੁੰਦੇ ਹਨ। ਲੋਕ ਕੋਈ ਵੀ ਕਿੱਤਾ ਅਪਣਾਉਣ ਲਈ ਸੁਤੰਤਰ ਹੁੰਦੇ ਹਨ। ਨੰਬਰ 3, ਸੰਸਦ ਵਿੱਚ ਡੈਸ਼ ਪ੍ਰਾਪਤ ਦਲ ਦੀ ਸਰਕਾਰ ਬਣਾਈ ਜਾਂਦੀ ਹੈ। ਸੰਸਦ ਵਿੱਚ ਬਹੁਮਤ ਪ੍ਰਾਪਤ ਦਲ ਦੀ ਸਰਕਾਰ ਬਣਾਈ ਜਾਂਦੀ ਹੈ। ਨੰਬਰ 4, ਲੋਕਤੰਤਰ ਵਿੱਚ ਕੋਈ ਵੀ ਵੋਟਰ ਕਿਸੇ ਵੀ ਡੈਸ਼ ਬਣਾਉਣ ਵਾਲੀ ਸੰਸਥਾ ਲਈ ਚੋਣ ਲੜ ਸਕਦਾ ਹੈ। ਕਿਸੇ ਵੀ ਕਾਨੂੰਨ ਬਣਾਉਣ ਲਈ ਸੰਸਥਾ ਲਈ ਚੋਣ ਲੜ ਸਕਦਾ ਹੈ ਜਾਂ ਡੈਸ਼ ਪਾ ਸਕਦਾ ਹੈ। ਕੀ ਪਾ ਸਕਦਾ ਹੈ? ਵੋਟ ਪਾ ਸਕਦਾ ਹੈ। ਨੰਬਰ 5 ਹੈ, ਲੋਕਤੰਤਰ ਵਿੱਚ ਵਿਚਾਰਕ ਡੈਸ਼ ਨੂੰ ਖੁੱਲ੍ਹਦਿਲੀ ਨਾਲ ਸਵੀਕਾਰਿਆ ਜਾਂਦਾ ਹੈ। ਵਿਚਾਰਕ ਮਤਭੇਦਾਂ ਨੂੰ। ਨੰਬਰ 6 ਹੈ, ਲੋਕਤੰਤਰ ਵਿੱਚ ਮਨੁੱਖੀ ਡੈਸ਼ ਅਤੇ ਗੌਰਵ ਵਿੱਚ ਵਾਧਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਮਨੁੱਖੀ ਸ਼ਾਨ ਅਤੇ ਗੌਰਵ। ਹੁਣ ਹੈ ਸਹੀ ਜਵਾਬ ਚੁਣੋ। ਇਸ ਵਿੱਚ ਵੱਖ-ਵੱਖ ਪ੍ਰਸ਼ਨ ਦਿੱਤੇ ਹੋਏ ਹਨ ਅਤੇ ਹਰ ਪ੍ਰਸ਼ਨ ਦੇ ਸਾਹਮਣੇ 4 ਆਪਸ਼ਨਸ ਦਿੱਤੇ ਹੋਏ ਆ। ਤੁਸੀਂ ਇਹਨਾਂ 4 ਉੱਤਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰਨੀ ਹੈ। ਤਾਂ ਸਾਡੇ ਕੋਲ ਸਭ ਤੋਂ ਪਹਿਲਾ ਪ੍ਰਸ਼ਨ ਹੈ, ਫਰਾਂਸ ਦੀ ਕ੍ਰਾਂਤੀ ਕਿਸ ਸਦੀ ਵਿੱਚ ਆਈ? ਫਰਾਂਸ ਦੀ ਕ੍ਰਾਂਤੀ ਕਿਸ ਸਦੀ ਵਿੱਚ ਆਈ? ਤੁਹਾਡੇ ਆਪਸ਼ਨਸ ਹਨ ਊੜਾ 17ਵੀਂ ਸਦੀ, ਆੜਾ 18ਵੀਂ ਸਦੀ, ਈੜੀ 16ਵੀਂ ਸਦੀ, ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਉੱਤਰ ਹੈ ਆੜਾ 18ਵੀਂ ਸਦੀ। ਨੰਬਰ 2, ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ? ਆਪਸ਼ਨਸ ਹਨ ਊੜਾ ਤਾਨਾਸ਼ਾਹੀ ਸਰਕਾਰ, ਆੜਾ ਲੋਕਤੰਤਰੀ ਸਰਕਾਰ, ਈੜੀ ਸੈਨਿਕ ਸਰਕਾਰ, ਸੱਸਾ ਇਹ ਸਾਰੇ। ਸਹੀ ਉੱਤਰ ਹੈ ਆੜਾ ਲੋਕਤੰਤਰੀ ਸਰਕਾਰ। ਤੀਸਰਾ ਪ੍ਰਸ਼ਨ ਹੈ, ਸੰਸਦੀ ਲੋਕਤੰਤਰੀ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ ਕਿੰਨੇ ਤਰ੍ਹਾਂ ਦੇ ਹੁੰਦੇ ਹਨ? ਆਪਸ਼ਨਸ ਹਨ ਊੜਾ 4 ਤਰ੍ਹਾਂ ਦੇ, ਆੜਾ 5 ਤਰ੍ਹਾਂ ਦੇ, ਈੜੀ 2 ਤਰ੍ਹਾਂ ਦੇ ਜਾਂ ਸੱਸਾ 3 ਤਰ੍ਹਾਂ ਦੇ। ਸਹੀ ਉੱਤਰ ਹੈ 2 ਤਰ੍ਹਾਂ ਦੇ। ਸੰਸਦੀ ਲੋਕਤੰਤਰੀ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ 2 ਤਰ੍ਹਾਂ ਦੇ ਹੁੰਦੇ ਹਨ। ਚੌਥਾ ਪ੍ਰਸ਼ਨ ਹੈ, ਸਾਡੇ ਦੇਸ਼ ਵਿੱਚ ਰਾਜ ਸਰਕਾਰ ਦਾ ਨਾਮਾਤਰ ਮੁਖੀ ਕੌਣ ਹੈ? ਰਾਜ ਸਰਕਾਰ ਯਾਨੀ ਸਟੇਟ, ਜਿਵੇਂ ਸਾਡਾ ਦੇਸ਼ ਭਾਰਤ ਅਤੇ ਰਾਜ ਪੰਜਾਬ, ਹਰਿਆਣਾ, ਰਾਜਸਥਾਨ ਵਗੈਰਾ। ਆਪਸ਼ਨਸ ਹਨ ਊੜਾ ਰਾਜਪਾਲ, ਆੜਾ ਮੁੱਖ ਮੰਤਰੀ, ਈੜੀ ਮੇਅਰ ਜਾਂ ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹਦਾ ਸਹੀ ਉੱਤਰ ਹੈ ਰਾਜਪਾਲ। ਪੰਜਵਾਂ ਪ੍ਰਸ਼ਨ ਹੈ, ਭਾਰਤ ਵਿੱਚ ਕੇਂਦਰੀ ਸਰਕਾਰ ਦਾ ਅਸਲੀ ਮੁਖੀ ਕੌਣ ਹੈ? ਸਾਡੇ ਦੇਸ਼ ਵਿੱਚ ਕੇਂਦਰ ਸਰਕਾਰ ਦਾ ਅਸਲੀ ਮੁਖੀ ਕੌਣ ਹੈ? ਆਪਸ਼ਨਸ ਹਨ ਊੜਾ ਰਾਸ਼ਟਰਪਤੀ, ਆੜਾ ਪ੍ਰਧਾਨ ਮੰਤਰੀ, ਈੜੀ ਰਾਜਪਾਲ ਜਾਂ ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਉੱਤਰ ਹੈ ਆੜਾ ਪ੍ਰਧਾਨ ਮੰਤਰੀ। ਹੁਣ ਆਪਾਂ ਅਗਲੀ ਐਕਸਰਸਾਈਜ਼ ਵੱਲ ਵੱਧਦੇ ਹਾਂ। ਇਹ ਹੈ ਖਾਲੀ ਥਾਵਾਂ ਭਰੋ। ਅਗੇਨ ਤੁਹਾਡੀ ਸਕਰੀਨ ਉੱਪਰ ਨੀਚੇ ਲਾਲ ਰੰਗ ਦੇ ਵਿੱਚ ਕੁਝ ਸ਼ਬਦ ਲਿਖੇ ਹੋਏ ਹਨ। ਇਹਨਾਂ ਨੂੰ ਹੀ ਇਹਨਾਂ ਖਾਲੀ ਥਾਵਾਂ ਵਿੱਚ ਭਰਿਆ ਜਾਵੇਗਾ। ਇਹ ਸ਼ਬਦ ਹਨ ਸਮਾਨਤਾ, ਬਰਾਬਰ, ਮਨੁੱਖੀ, ਲੋਕਾਂ, ਲੋਕ ਇੱਛਾ। ਹੁਣ ਆਪਾਂ ਇੱਕ ਇੱਕ ਕਰਕੇ ਇਹ ਖਾਲੀ ਥਾਵਾਂ ਦੇਖਾਂਗੇ। ਨੰਬਰ 1 ਹੈ, ਲੋਕਤੰਤਰ ਡੈਸ਼ ਦੀ ਆਪਣੀ ਸਰਕਾਰ ਹੁੰਦੀ ਹੈ। ਲੋਕਤੰਤਰ ਡੈਸ਼ ਦੀ ਆਪਣੀ ਸਰਕਾਰ ਹੁੰਦੀ ਹੈ। ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ। ਦੂਸਰਾ, ਲੋਕਤੰਤਰੀ ਸਰਕਾਰ ਦਾ ਇੱਕ ਮੂਲ ਆਧਾਰ ਡੈਸ਼ ਹੈ। ਲੋਕਤੰਤਰੀ ਸਰਕਾਰ ਦਾ ਇੱਕ ਮੂਲ ਆਧਾਰ ਲੋਕ ਇੱਛਾ ਹੈ। ਨੰਬਰ 3, ਡੈਸ਼ ਲੋਕਤੰਤਰ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਹੈ। ਲੋਕਤੰਤਰ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਸਮਾਨਤਾ। ਨੰਬਰ 4, ਆਧੁਨਿਕ ਸਮੇਂ ਵਿੱਚ ਡੈਸ਼ ਅਧਿਕਾਰਾਂ ਦਾ ਬਹੁਤ ਮਹੱਤਵ ਹੈ। ਮਨੁੱਖੀ ਅਧਿਕਾਰਾਂ ਦਾ ਬਹੁਤ ਮਹੱਤਵ ਹੈ। ਪੰਜਵਾਂ ਵਾਕ ਹੈ, ਕਾਨੂੰਨ ਦੀ ਨਜ਼ਰ ਵਿੱਚ ਸਭ ਡੈਸ਼ ਹੁੰਦੇ ਹਨ। ਕਾਨੂੰਨ ਦੀ ਨਜ਼ਰ ਵਿੱਚ ਸਭ ਬਰਾਬਰ ਹੁੰਦੇ ਹਨ। ਹੁਣ ਹੈ ਸਾਡੇ ਕੋਲ ਅਗਲੀ ਐਕਸਰਸਾਈਜ਼, ਮਿਲਾਨ ਕਰੋ। ਇਸ ਵਿੱਚ 2 ਕਾਲਮ ਦਿੱਤੇ ਗਏ ਹਨ। ਖੱਬੇ ਹੱਥ ਕਾਲਮ ਊੜਾ ਦੇ ਵਿੱਚ ਕੁਝ ਸ਼ਬਦ ਲਿਖੇ ਹੋਏ ਹਨ। ਇਸੇ ਤਰ੍ਹਾਂ ਕਾਲਮ ਆੜਾ ਦੇ ਵਿੱਚ ਕੁਝ ਹੋਰ ਸ਼ਬਦ ਲਿਖੇ ਹੋਏ ਹਨ। ਆਪਾਂ ਖੱਬੇ ਹੱਥ ਵਾਲੇ ਸ਼ਬਦਾਂ ਨੂੰ ਸੱਜੇ ਹੱਥ ਯਾਨੀ ਕਾਲਮ ਆੜਾ ਵਿੱਚ ਦਿੱਤੇ ਹੋਏ ਸ਼ਬਦਾਂ ਦੇ ਨਾਲ ਮਿਲਾਉਣਾ ਹੈ। ਤਾਂ ਸਾਡੇ ਕੋਲ ਪਹਿਲਾ ਸ਼ਬਦ ਹੈ ਕਾਲਮ ਊੜਾ ਦੇ ਵਿੱਚ ਲੋਕਤੰਤਰੀ ਗਣਰਾਜ। ਭਾਰਤ ਇੱਕ ਲੋਕਤੰਤਰੀ ਗਣਰਾਜ ਹੈ। ਉਸ ਤੋਂ ਅੱਗੇ ਹੈ ਸਾਡੇ ਕੋਲ ਭਾਰਤ ਦਾ ਪ੍ਰਧਾਨ ਮੰਤਰੀ, ਔਰ ਆੜਾ ਵਿੱਚ ਇਹ ਮਿਲਦਾ ਹੈ ਅਸਲੀ ਮੁਖੀ। ਉਸ ਤੋਂ ਅੱਗੇ ਹੈ ਭਾਰਤ ਦਾ ਰਾਸ਼ਟਰਪਤੀ, ਨਾਮਾਤਰ ਮੁਖੀ। ਸਮਾਨਤਾ, ਸੁਤੰਤਰਤਾ,
ਲੋਕਤੰਤਰੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ, ਲੋਕਮਤ ਯਾਨੀ ਲੋਕ ਇੱਛਾ। ਹੁਣ ਆਪਾਂ ਤੁਹਾਡੀ 7ਵੀਂ ਜਮਾਤ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪਾਠ ਪੁਸਤਕ ਵਿੱਚੋਂ ਇਸ ਪਾਠ ਦਾ ਕੋਈ ਅਭਿਆਸ ਕਰਾਂਗੇ। ਤਾਂ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ, ਲੋਕਤੰਤਰੀ ਸਰਕਾਰ ਤੋਂ ਕੀ ਭਾਵ ਹੈ? ਤਾਂ ਲੋਕਤੰਤਰ ਦੀ ਪਰਿਭਾਸ਼ਾ, ਲੋਕਤੰਤਰੀ ਸਰਕਾਰ ਤੋਂ ਭਾਵ ਹੈ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ। ਦੂਸਰਾ ਪ੍ਰਸ਼ਨ, ਕਾਨੂੰਨ ਦੇ ਰਾਜ ਤੋਂ ਤੁਸੀਂ ਕੀ ਸਮਝਦੇ ਹੋ? ਉੱਤਰ, ਕਾਨੂੰਨ ਦੇ ਰਾਜ ਤੋਂ ਭਾਵ ਹੈ ਕਿ ਸਰਕਾਰ ਲੋਕਾਂ ਦੁਆਰਾ ਬਣਾਏ ਕਾਨੂੰਨ ਰਾਹੀਂ ਚਲਾਈ ਜਾਣੀ ਚਾਹੀਦੀ ਹੈ। ਕਾਨੂੰਨ ਦੇ ਰਾਜ ਤੋਂ ਭਾਵ ਹੈ ਕਿ ਸਰਕਾਰ ਲੋਕਾਂ ਦੁਆਰਾ ਬਣਾਏ ਕਾਨੂੰਨ ਰਾਹੀਂ ਚਲਾਈ ਜਾਣੀ ਚਾਹੀਦੀ ਹੈ। ਤੀਸਰਾ ਪ੍ਰਸ਼ਨ ਹੈ, ਵੋਟ ਦੇ ਅਧਿਕਾਰ ਦਾ ਲੋਕਤੰਤਰ ਵਿੱਚ ਕੀ ਮਹੱਤਵ ਹੈ? ਵੋਟ ਦੇ ਅਧਿਕਾਰ ਦਾ ਮਹੱਤਵ। ਉੱਤਰ, ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਹੀ ਲੋਕ ਸਰਕਾਰ ਬਣਾਉਣ ਲਈ ਆਪਣੇ ਨੁਮਾਇੰਦੇ ਚੁਣ ਸਕਦੇ ਹਨ। ਨੁਮਾਇੰਦੇ ਜਾਂ ਪ੍ਰਤੀਨਿਧੀ ਵੀ ਆਪਾਂ ਕਹਿ ਸਕਦੇ ਹਾਂ। ਤੀਸਰਾ ਪ੍ਰਸ਼ਨ, ਪ੍ਰਧਾਨਾਤਮਕ ਸਰਕਾਰ ਕਿਹੜੀ ਹੁੰਦੀ ਹੈ? ਪ੍ਰਧਾਨਾਤਮਕ ਸਰਕਾਰ ਕਿਹੜੀ ਹੁੰਦੀ ਹੈ? ਪ੍ਰਧਾਨਾਤਮਕ ਸਰਕਾਰ ਵਿੱਚ ਦੇਸ਼ ਦਾ ਅਸਲੀ ਮੁਖੀ ਰਾਸ਼ਟਰਪਤੀ ਹੁੰਦਾ ਹੈ ਅਤੇ ਉਹ ਲੋਕਾਂ ਦੁਆਰਾ ਸਿੱਧੇ ਤੌਰ 'ਤੇ ਚੁਣਿਆ ਜਾਂਦਾ ਹੈ। ਲੋਕ ਵੋਟਾਂ ਪਾ ਕੇ ਉਸਨੂੰ ਸਿੱਧੇ ਤੌਰ 'ਤੇ ਚੁਣਦੇ ਹਨ। ਨੰਬਰ 5, ਲੋਕਤੰਤਰ ਵਿੱਚ ਲੋਕਮਤ ਦਾ ਕੀ ਮਹੱਤਵ ਹੈ? ਲੋਕਮਤ ਯਾਨੀ ਲੋਕ ਰਾਏ। ਇਸ ਦਾ ਉੱਤਰ ਹੈ, ਲੋਕਤੰਤਰ ਵਿੱਚ ਸਰਕਾਰ ਦੀਆਂ ਨੀਤੀਆਂ ਦਾ ਫੈਸਲਾ ਲੋਕਾਂ ਦੀ ਇੱਛਾ ਅਨੁਸਾਰ ਕੀਤਾ ਜਾਂਦਾ ਹੈ। ਇਸ ਲਈ ਲੋਕਤੰਤਰ ਵਿੱਚ ਲੋਕਮਤ ਜਾਂ ਲੋਕਾਂ ਦੀ ਇੱਛਾ ਦਾ ਬਹੁਤ ਮਹੱਤਵ ਹੈ। ਆਖਰੀ ਪ੍ਰਸ਼ਨ, ਕਿਹੜੇ ਦੇਸ਼ ਵਿੱਚ ਅੱਜ ਵੀ ਸਿੱਧਾ ਲੋਕਤੰਤਰ ਹੈ? ਕਿਹੜੇ ਦੇਸ਼ ਵਿੱਚ ਅੱਜ ਵੀ ਸਿੱਧਾ ਲੋਕਤੰਤਰ ਹੈ? ਇਹਦਾ ਉੱਤਰ ਹੈ ਸਵਿਟਜ਼ਰਲੈਂਡ ਵਿੱਚ। ਸਵਿਟਜ਼ਰਲੈਂਡ। ਅਗਲੀ ਐਕਸਰਸਾਈਜ਼, ਖਾਲੀ ਥਾਵਾਂ ਭਰੋ। ਭਾਰਤ ਇੱਕ ਡੈਸ਼ ਗਣਰਾਜ ਹੈ। ਭਾਰਤ ਇੱਕ ਲੋਕਤੰਤਰੀ ਗਣਰਾਜ ਹੈ। ਦੂਸਰਾ ਵਾਕ, ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾਂ ਮਾਤਰ ਦਾ ਮੁਖੀ ਡੈਸ਼ ਹੈ ਅਤੇ ਰਾਜ ਸਰਕਾਰਾਂ ਦੇ ਨਾਂ ਮਾਤਰ ਦੇ ਮੁਖੀ ਡੈਸ਼ ਹੁੰਦੇ ਹਨ। ਪਹਿਲਾਂ ਕੇਂਦਰੀ ਸਰਕਾਰ ਦਾ ਨਾਂ ਮਾਤਰ ਦਾ ਮੁਖੀ ਰਾਸ਼ਟਰਪਤੀ ਹੈ ਅਤੇ ਰਾਜ ਸਰਕਾਰਾਂ ਦੇ ਰਾਜਪਾਲ ਨਾਂ ਮਾਤਰ ਦੇ ਮੁਖੀ ਹੁੰਦੇ ਹਨ। ਤੀਸਰਾ ਵਾਕ ਹੈ ਸਾਡੇ ਕੋਲ, ਲੋਕਤੰਤਰ ਦਾ ਆਰੰਭ ਡੈਸ਼ ਦੇ ਸ਼ਹਿਰ ਡੈਸ਼ ਵਿੱਚ ਹੋਇਆ। ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ ਏਥਨਜ਼ ਵਿੱਚ ਹੋਇਆ। ਨੰਬਰ 4, ਡੈਸ਼ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ। ਸਵਿਟਜ਼ਰਲੈਂਡ। ਨੰਬਰ 5, ਲੋਕਤੰਤਰ ਦੇ ਮੁੱਢਲੇ ਆਦਰਸ਼ ਡੈਸ਼ ਅਤੇ ਡੈਸ਼ ਹਨ। ਸਮਾਨਤਾ ਅਤੇ ਸੁਤੰਤਰਤਾ ਹਨ। ਅੱਗੇ ਹੈ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ। ਪਹਿਲਾ ਵਾਕ ਹੈ, ਭਾਰਤ ਇੱਕ ਲੋਕਤੰਤਰੀ ਗਣਰਾਜ ਹੈ। ਇਹਦਾ ਉੱਤਰ ਸਹੀ ਹੈ। ਦੂਸਰਾ, ਸਵਿਟਜ਼ਰਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ। ਸਹੀ ਹੈ ਜਾਂ ਗਲਤ ਹੈ? ਸਹੀ ਹੈ। ਤੀਸਰਾ ਹੈ, ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਕੁਝ ਬਾਲਗਾਂ ਨੂੰ ਹੀ ਪ੍ਰਾਪਤ ਹੈ। ਕੁਝ ਬਾਲਗਾਂ। ਇਹ ਵਾਕ ਗਲਤ ਹੈ। ਚੌਥਾ ਹੈ, ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ। ਕਾਨੂੰਨ ਦਾ ਰਾਜ। ਸਹੀ ਹੈ। ਅਗਲਾ ਹੈ, ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਫਰਾਂਸ ਵਿੱਚ ਹੋਈ ਸੀ। ਗਲਤ ਹੈ। ਇੰਗਲੈਂਡ ਵਿੱਚ ਹੋਈ ਸੀ। ਹੁਣ ਹੈ ਸਾਡੇ ਕੋਲ ਪ੍ਰਸ਼ਨ, ਸਹੀ ਵਿਕਲਪ ਚੁਣੋ। ਪਹਿਲਾ ਪ੍ਰਸ਼ਨ ਹੈ, ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ। ਕਿਸ ਦਾ ਕਥਨ ਹੈ? ਤੁਹਾਡੇ ਆਪਸ਼ਨਸ ਨੇ, ਪਹਿਲਾ ਇਬਰਾਹਿਮ ਲਿੰਕਨ, ਦੂਸਰਾ ਲਾਸਕੀ, ਤੀਸਰਾ ਡੇਵਿਡ ਈਸਟਨ ਔਰ ਇਹਦਾ ਸਹੀ ਉੱਤਰ ਹੈ ਇਬਰਾਹਿਮ ਲਿੰਕਨ। ਦੂਸਰਾ ਪ੍ਰਸ਼ਨ ਹੈ, ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ? ਨੰਬਰ 1 ਤਾਨਾਸ਼ਾਹੀ, ਨੰਬਰ 2 ਲੋਕਤੰਤਰੀ, ਨੰਬਰ 3 ਸੈਨਿਕ ਸ਼ਾਸਨ। ਲੋਕਤੰਤਰੀ। ਲੋਕਤੰਤਰੀ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਪਹਿਲਾ ਆਪਸ਼ਨ 4 ਪ੍ਰਕਾਰ ਦੇ, ਦੂਸਰਾ 5 ਪ੍ਰਕਾਰ ਦੇ, ਤੀਸਰਾ 2 ਪ੍ਰਕਾਰ ਦੇ। ਕਿੰਨੇ ਪ੍ਰਕਾਰ ਦੇ ਹੁੰਦੇ ਹਨ? 2 ਪ੍ਰਕਾਰ ਦੇ ਮੁਖੀ ਹੁੰਦੇ ਹਨ ਲੋਕਤੰਤਰੀ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ। ਤਾਂ ਵਿਦਿਆਰਥੀਓ, ਇਸ ਦੇ ਨਾਲ ਹੀ ਲੋਕਤੰਤਰ ਅਤੇ ਸਮਾਨਤਾ ਪਾਠ ਦੀ ਦੁਹਰਾਈ ਖਤਮ ਹੁੰਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।